ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਤਾਂ ਅਪਡੇਟ ਦੇ ਵਿੱਚ ਦੱਸ ਦਈਏ ਕਿ ਕੈਨੇਡਾ ਦੇ ਵੱਲੋਂ ਜਿਹੜਾ ਇਮੀਗ੍ਰੇਸ਼ਨ ਪਾਲਿਸੀ ਨੂੰ ਜਿੰਨਾ ਵੀ ਹੋ ਸਕੇ ਫਲੈਕਸੀਬਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯੂਕਰੇਨੀਆਂ ਦੇ ਲਈ। ਯੂਕਰੇਨੀ ਜਿਨ੍ਹਾਂ ਨੂੰ ਇਸ ਵੇਲੇ ਪਨਾਹ ਦੀ ਲੋੜ ਹੈ, ਕੈਨੇਡਾ ਨੇ ਇਹ ਵੀ ਆਫਰ ਕੀਤੀ ਹੈ ਕਿ ਜਿਹੜੇ ਲੋਕ ਇੱਥੇ ਆਉਣਾ ਚਾਹੁੰਦੇ ਨੇ ਕੁਝ ਸਮੇਂ ਦੇ ਲਈ ਤੇ ਬਾਅਦ ਦੇ ਵਿੱਚ ਵਾਪਸ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਲਈ ਵੀ ਇੱਕ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਹੈ। ਜਿੰਨਾ ਹੋ ਸਕੇ ਇਮੀਗ੍ਰੇਸ਼ਨ ਨੀਤੀ ਜਿਹੜੀ ਹੈ ਉਹਨਾਂ ਲਈ ਸੁਖਾਲੀ ਕੀਤੀ ਜਾ ਰਹੀ ਹੈ। ਵਿਸਥਾਰ ਦੇ ਨਾਲ ਜਾਣਕਾਰੀ ਹਾਸਲ ਕਰਾਂਗੇ। ਸ਼ੁਰੂਆਤ ਹੈਡਲਾਈਨਸ ਦੇ ਨਾਲ। ਕੈਨੇਡਾ ਯੂਕਰੇਨੀਆਂ ਦੇ ਲਈ ਸੁਰੱਖਿਅਤ ਪਨਾਹ ਘਰ ਦੀ ਕਰ ਰਿਹਾ ਹੈ ਰੂਪਰੇਖਾ ਤਿਆਰ। ਫ੍ਰੀਲੈਂਡ ਨੇ ਕਿਹਾ ਰੂਸ ਦਾ ਸਭ ਤੋਂ ਵੱਧ ਪਸੰਦੀਦਾ ਰਾਸ਼ਟਰ ਦਰਜਾ ਕੀਤਾ ਰੱਦ। ਕੌਮਾਂਤਰੀ ਭਾਈਚਾਰੇ ਦਾ ਯੂਕਰੇਨ ਨੂੰ ਸਮਰਥਨ, ਰੂਸ ਨੂੰ ਸਮਰਥਨ ਦਾ ਲੱਗਿਆ ਵੱਡਾ ਝਟਕਾ। ਪੰਪਾਂ ਤੇ ਗੈਸ ਦੀ ਕੀਮਤ ਨੇ ਤੋੜੇ ਰਿਕਾਰਡ। ਵੈਨਕੂਵਰ ਪੰਪ ਤੇ ਵਿਨੀਪੈਗ ਦੇ ਮੁਕਾਬਲੇ 45 ਸੈਂਟ ਜ਼ਿਆਦਾ ਮਹਿੰਗੀ ਗੈਸ। GTA ਦੇ ਵਿੱਚ ਵੀ ਗੈਸ ਮਹਿੰਗੀ ਹੋਣ ਦੇ ਆਸਾਰ। ਜਿਹਦੇ ਖਬਰਾਂ ਵਿਸਥਾਰ ਦੇ ਨਾਲ। ਔਰ ਸਭ ਤੋਂ ਪਹਿਲਾਂ ਤਾਂ ਦੱਸਦੀ ਹੈ ਅਹਿਮ ਖਬਰ ਇਸ ਵੇਲੇ ਕੈਨੇਡਾ ਦੇ ਵੱਲੋਂ ਰੂਸ ਦੀ ਆਰਥਿਕਤਾ ਦੇ ਉੱਤੇ ਜਿੰਨੀਆਂ ਪਾਬੰਦੀਆਂ ਹੋ ਸਕਦੀਆਂ ਉਸ ਨੂੰ ਲੈ ਕੇ ਹੋਰ ਜਿਹੜੀ ਰਣਨੀਤੀ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ, ਹੋਰ ਰਣਨੀਤੀ ਲਿਖੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿੰਨੀਆਂ ਵੀ ਯੂਕਰੇਨੀ ਪਰਿਵਾਰ ਹੈਗੇ ਨੇ ਉਹਨਾਂ ਦੇ ਲਈ ਇਮੀਗ੍ਰੇਸ਼ਨ ਪਾਲਿਸੀਆਂ ਦੇ ਵਿੱਚ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ ਪ੍ਰੋਗਰਾਮ ਜਿਹੜੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਜ਼ਰੀਏ ਯੂਕਰੇਨੀ ਜਿਹੜੇ ਪਰਿਵਾਰ ਇੱਥੇ ਆ ਸਕਣ, ਜਿਹੜੇ ਯੂਕਰੇਨੀ ਲੋਕ ਇੱਥੇ ਆਉਣਾ ਚਾਹੁੰਦੇ ਨੇ ਕੈਨੇਡਾ ਤੇ ਬਾਅਦ ਦੇ ਵਿੱਚ ਵਾਪਸੀ ਕਰਨਾ ਚਾਹੁੰਦੇ ਨੇ ਯੂਕਰੇਨ, ਉਹਨਾਂ ਦੇ ਲਈ ਵੀ ਕੁਝ ਪ੍ਰੋਗਰਾਮਸ ਦੇ ਉੱਤੇ ਕੈਨੇਡਾ ਦੀ ਸਰਕਾਰ ਜਿਹੜੀ ਹੈ ਉਹ ਕੰਮ ਕਰ ਰਹੀ ਹੈ। ਕ੍ਰਿਸਟੀਆ ਫ੍ਰੀਲੈਂਡ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਜਿੰਨੀ ਹੋ ਸਕੇ ਯੂਕਰੇਨੀਆਂ ਦੀ ਅਸੀਂ ਮਦਦ ਕਰਾਂਗੇ ਤੇ ਰੂਸ ਦੇ ਖਿਲਾਫ ਹੋਰ ਪਾਬੰਦੀਆਂ ਜਿਹੜੀਆਂ ਨੇ ਉਹ ਲਿਆਉਣ ਦੀ ਗੱਲ ਕਹੀ ਜਾ ਰਹੀ ਹੈ। ਇੱਥੋਂ ਤੱਕ ਕਿ ਰੂਸ ਦਾ ਜਿਹੜਾ ਸਭ ਤੋਂ ਪਸੰਦੀਦਾ ਹੋਣ ਦਾ ਜਿਹੜਾ ਅਹੁਦਾ ਹੈਗਾ ਉਸ ਨੂੰ ਵੀ ਕਿਤੇ ਨਾ ਕਿਤੇ ਰੱਦ ਕਰਨ ਦੀ ਜਿਹੜੀ ਹੈ ਉਹ ਗੱਲ ਆਖੀ ਗਈ ਹੈ। ਕੈਨੇਡਾ ਨੇ ਰੂਸ ਦੀ ਆਰਥਿਕਤਾ ਨੂੰ ਨਿਸ਼ਾਨਾ ਬਣਾਉਣ ਦੇ ਲਈ ਨਵੇਂ ਉਪਾਵਾਂ ਦੀ ਰੂਪਰੇਖਾ ਤਿਆਰ ਕੀਤੀ ਹੈ ਤੇ ਹਿੰਸਾ ਤੋਂ ਭੱਜਣ ਵਾਲੇ ਯੂਕਰੇਨੀਆਂ ਦੇ ਲਈ ਸੁਰੱਖਿਅਤ ਪਨਾਹ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ। ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਰੂਸ ਦਾ ਸਭ ਤੋਂ ਵੱਧ ਪਸੰਦੀਦਾ ਰਾਸ਼ਟਰ ਦਰਜਾ ਰੱਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਹੈ ਕਿ ਇਸ ਦਾ ਮਤਲਬ ਹੈ ਕਿ ਦੇਸ਼ ਨੂੰ ਹੁਣ ਕੈਨੇਡਾ ਦੇ ਨਾਲ ਘੱਟ ਟੈਰਿਫ ਦਾ ਕੋਈ ਫਾਇਦਾ ਨਹੀਂ ਹੋਵੇਗਾ। ਇਹ ਇੱਕ ਇਤਿਹਾਸਕ ਕਦਮ ਹੈ। ਫ੍ਰੀਲੈਂਡ ਨੇ ਕਿਹਾ ਕਿ ਰੂਸ ਤੇ ਬੈਲਾਰੂਸ ਕੈਨੇਡਾ ਨੂੰ ਆਪਣੇ ਨਿਰਯਾਤ ਤੇ 35% ਦੇ ਟੈਰਿਫ ਦੇ ਅਧੀਨ ਹੋਣਗੇ। ਇਹ ਉਹੀ ਸਥਿਤੀ ਹੈ ਜੋ ਉੱਤਰ ਕੋਰੀਆ ਤੇ ਰੱਖੀ ਗਈ ਹੈ ਤੇ ਫ੍ਰੀਲੈਂਡ ਹੋਰ ਸਾਰੇ ਦੇਸ਼ਾਂ ਨੂੰ ਸਖਤ ਪਾਬੰਦੀਆਂ ਦੇ ਨਾਲ ਇਸ ਦੀ ਪਾਲਣਾ ਕਰਨ ਦੀ ਅਪੀਲ ਕਰ ਰਿਹਾ ਹੈ। ਫ੍ਰੀਲੈਂਡ ਨੇ ਕਿਹਾ ਹੈ ਕਿ ਕ੍ਰੈਮਲਿਨ ਦੇ ਵੈਸ਼ੀ ਯੁੱਧ ਦੀਆਂ ਆਰਥਿਕ ਲਾਗਤਾਂ ਪਹਿਲਾਂ ਹੀ ਉੱਚੀਆਂ ਨੇ ਤੇ ਇਹ ਵਧਦੀਆਂ ਰਹਿਣਗੀਆਂ। ਕੈਨੇਡਾ ਆਉਣ ਲਈ ਅਜੇ ਵੀ ਵੀਜ਼ੇ ਦੀ ਲੋੜ ਹੈ, ਜਦੋਂ ਕਿ ਬਹੁਤ ਸਾਰੇ ਉਮੀਦ ਕਰ ਰਹੇ ਸਨ ਕਿ ਕੈਨੇਡਾ ਇਹ ਐਲਾਨ ਕਰੇਗਾ ਕਿ ਉਹ ਸ਼ਰਨਾਰਥੀਆਂ ਲਈ ਵੀਜ਼ੇ ਦੀ ਜ਼ਰੂਰਤ ਨੂੰ ਵੀ ਅਸਥਾਈ ਤੌਰ ਤੇ ਹਟਾ ਰਿਹਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀ ਤੇ ਸਿਟੀਜ਼ਨਸ਼ਿਪ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਕਿ ਇਹ ਰੁਕਾਵਟਾਂ ਕਾਫੀ ਬਣੀਆਂ ਹੋਈਆਂ ਨੇ ਤੇ ਫਰੇਜ਼ਰ ਨੇ ਇਸ ਮੁਤਾਬਕ ਕਿਹਾ ਹੈ ਕਿ ਲੋਕਾਂ ਨੂੰ ਇੱਕ ਸੁਰੱਖਿਅਤ ਪਨਾਹ ਦੀ ਵੀ ਇਸ ਵੇਲੇ ਲੋੜ ਹੈ, ਜਦੋਂ ਕਿ ਯੁੱਧ ਉਹਨਾਂ ਦੇ ਦੇਸ਼ ਨੂੰ ਤਬਾਹ ਕਰ ਰਿਹਾ ਹੈ। ਅਸੀਂ ਐਮਰਜੈਂਸੀ ਯਾਤਰਾ ਨੀਤੀ ਲਈ ਕੈਨੇਡਾ ਯੂਕਰੇਨ ਆਥੋਰਾਈਜ਼ੇਸ਼ਨ ਬਣਾ ਰਹੇ ਹਾਂ। ਹਾਲਾਂਕਿ ਪ੍ਰੋਗਰਾਮ 2 ਸਾਲਾਂ ਤੱਕ ਰਹਿਣ ਲਈ ਵੱਧ ਤੋਂ ਵੱਧ ਯੂਕਰੇਨੀਆਂ ਦਾ ਸਵਾਗਤ ਕਰਨ ਦਾ ਸਭ ਤੋਂ ਤੇਜ਼ ਤਰੀਕਾ ਬੈਕਗ੍ਰਾਉਂਡ ਸਕਰੀਨਿੰਗ ਲਈ ਇੱਕ ਅਰਜ਼ੀ ਫਾਰਮ ਦੁਆਰਾ ਯੋਗਤਾ ਪੂਰੀ ਕਰਨੀ ਪਵੇਗੀ। ਹਾਲਾਂਕਿ ਫਰੇਜ਼ਰ ਦਾ ਕਹਿਣਾ ਕਿ ਬਹੁਤ ਸਾਰੀਆਂ ਜ਼ਰੂਰਤਾਂ ਨੂੰ ਹੁੰਗਾਰਾ ਜਿਹੜਾ ਉਹ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਨਵੀਂ ਧਾਰਾ ਦੇ ਅਧੀਨ ਆਉਣ ਵਾਲੇ ਕੋਈ ਵੀ ਓਪਨ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਦੇ ਲਈ ਵੀ ਯੋਗ ਹੋਵੇਗਾ, ਜੋ ਉਹਨਾਂ ਨੂੰ ਕਿਸੇ ਵੀ ਕੈਨੇਡੀਅਨ ਰੋਜ਼ਗਾਰਦਾਤਾਵਾਂ ਦੇ ਨਾਲ ਨੌਕਰੀ ਲੈਣ ਜਾਂ ਕਿਸੇ ਸੁਰੱਖਿਆ ਪ੍ਰੋਗਰਾਮ ਦੇ ਵਿੱਚ ਦਾਖਲਾ ਲੈਣ ਦੀ ਇਜਾਜ਼ਤ ਦੇਵੇਗਾ। ਫਰੇਜ਼ਰ ਨੇ ਕਿਹਾ ਹੈ ਕਿ ਮੈਂ ਯੂਕਰੇਨੀ ਕੈਨੇਡੀਅਨ ਭਾਈਚਾਰਿਆਂ ਤੋਂ ਸੁਣਿਆ ਹੈ ਕਿ ਬਹੁਤ ਸਾਰੇ ਲੋਕ ਹਿੰਸਾ ਤੋਂ ਭੱਜ ਰਹੇ ਹਨ, ਪਰ ਜਦੋਂ ਯੁੱਧ ਖਤਮ ਹੁੰਦਾ ਹੈ ਤਾਂ ਉਹ ਆਪਣੇ ਵਤਨ ਤੇ ਆਪਣੇ ਪਰਿਵਾਰਾਂ ਦੇ ਕੋਲ ਵਾਪਸ ਜਾਣਾ ਚਾਹੁੰਦੇ ਨੇ। ਉਹਨਾਂ ਕਿਹਾ ਮੈਂ ਸੁਣਿਆ ਕਿ ਦੂਸਰੇ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਪਰਿਵਾਰ ਵਾਲੇ ਰਹਿਣਾ ਚਾਹ ਸਕਦੇ ਨੇ, ਇਸ ਲਈ ਅਸੀਂ ਯੂਕਰੇਨੀ ਲੋਕਾਂ ਲਈ ਸਥਾਈ ਨਿਵਾਸ ਦੇ ਲਈ ਇੱਕ ਤੇਜ਼ ਰਸਤਾ ਵੀ ਪੇਸ਼ ਕਰ ਰਹੇ ਹਾਂ ਤਾਂ ਜੋ ਇੱਕ ਨਵੇਂ ਪਰਿਵਾਰਕ ਸਪਾਂਸਰਸ਼ਿਪ ਪ੍ਰੋਗਰਾਮ ਦੁਆਰਾ ਪਹਿਲਾਂ ਹੀ ਕੈਨੇਡਾ ਵਿੱਚ ਮੌਜੂਦ ਪਰਿਵਾਰਕ ਮੈਂਬਰਾਂ ਦੇ ਨਾਲ ਮੁੜ ਜੁੜਨ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਸਕੇ। ਹਾਲਾਂਕਿ ਪੁਤਿਨ ਦੇ ਹਮਲੇ ਲਗਾਤਾਰ ਤੇਜ਼ ਹੋ ਗਏ ਨੇ। ਇਸ ਤਰ੍ਹਾਂ ਸਾਡੇ ਸਹਿਯੋਗੀਆਂ ਦੇ ਨਾਲ ਤਾਲਮੇਲ ਵਿੱਚ ਯੂਕਰੇਨ ਲਈ ਸਾਡੀ ਫੌਜੀ ਸਹਾਇਤਾ ਵੀ ਹੈ। ਜਦੋਂ ਯੂਕਰੇਨ ਦੇ ਵਿੱਚ ਦੋਸਤਾਂ ਦਾ ਸਮਰਥਨ ਕਰਨ ਦੀ ਗੱਲ ਆਉਂਦੀ ਹੈ ਤਾਂ ਅਸੀਂ ਕੋਈ ਕਸਰ ਬਾਕੀ ਨਹੀਂ ਛੱਡਾਂਗੇ, ਕਿਉਂਕਿ ਉਹ ਆਪਣੀ ਜ਼ਿੰਦਗੀ ਤੇ ਹੋਣ ਦੇ ਅਧਿਕਾਰ ਲਈ ਲੜਦੇ ਨੇ। ਫੈਡਰਲ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ 4500 ਰਾਕਟ ਲਾਂਚਰ ਤੇ 7500 ਹੈਂਡ ਗ੍ਰੇਨੇਡ ਭੇਜੇਗਾ। ਇਹ ਹਥਿਆਰ ਕੈਨੇਡੀਅਨ ਆਰਮਡ ਫੋਰਸਿਸ ਦੇ ਮੌਜੂਦਾ ਭੰਡਾਰਾਂ ਦੇ ਤੋਂ ਲਏ ਜਾਣਗੇ ਤੇ ਜਿੰਨੀ ਜਲਦੀ ਹੋ ਸਕੇ ਤੇ ਸੁਰੱਖਿਅਤ ਢੰਗ ਨਾਲ ਖੇਤਰ ਵਿੱਚ ਪਹੁੰਚਾਏ ਜਾਣਗੇ। ਟਕਰਾਅ ਦੀ ਪ੍ਰਕਿਰਤੀ ਦੇ ਮੁਤਾਬਕ ਅਸੀਂ ਆਵਾਜਾਈ ਦੇ ਨਾਲ ਸੰਬੰਧਿਤ ਵੇਰਵੇ ਪ੍ਰਦਾਨ ਨਹੀਂ ਕਰ ਰਹੇ ਹਾਂ। ਹੋਰ ਫੌਜੀ ਸਹਾਇਤਾ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਉੱਚ ਰੈਜ਼ੋਲੂਸ਼ਨ ਵਾਲੇ ਆਧੁਨਿਕ ਸੈਟੇਲਾਈਟ ਜਿਹੜੇ ਹੈ
ਉਹਨਾਂ ਨੂੰ ਤਸਵੀਰਾਂ ਨੂੰ ਖਰੀਦਣ ਦੇ ਲਈ $1 ਮਿਲੀਅਨ ਪ੍ਰਦਾਨ ਕਰੇਗਾ। ਉਹਨਾਂ ਕਿਹਾ ਕਿ ਇਹ ਸਮਰੱਥਾ ਯੂਕਰੇਨ ਦੀ ਫੌਜ ਨੂੰ ਆਪਣੇ ਖੇਤਰ ਵਿੱਚ ਤੇ ਆਲੇ ਦੁਆਲੇ ਰੂਸੀ ਫੌਜਾਂ ਦੀ ਗਤੀਵਿਧੀ ਦੀ ਨਿਗਰਾਨੀ ਕਰਨ ਦੀ ਮਜ਼ਬੂਤ ਸਮਰੱਥਾ ਪ੍ਰਦਾਨ ਕਰੇਗਾ। ਨਿਊਜ਼ ਡੈਸਕ ਚੈਨਲ ਪੰਜਾਬੀ ਦੀ ਰਿਪੋਰਟ। ਉਧਰ ਰੂਸ ਦੇ ਵੱਲੋਂ ਜਿਸ ਤਰੀਕੇ ਨਾਲ ਕੌਮਾਂਤਰੀ ਜਿਹੜੀਆਂ ਕਮਿਊਨਿਟੀਜ਼ ਹੈਗੀਆਂ ਨੇ ਉਹ ਇਕੱਠੀਆਂ ਹੋ ਗਈਆਂ ਨੇ, ਕੌਮਾਂਤਰੀ ਪੱਧਰ ਦੇ ਉੱਤੇ ਜਿੰਨਾ ਦਬਾਅ ਇਸ ਵੇਲੇ ਰੂਸ ਦੇ ਉੱਤੇ ਹੈਗਾ, ਉਸ ਦੇ ਲਈ ਵੀ ਇਹ ਗੱਲ ਖਾਸ ਤੌਰ ਤੇ ਕਹੀ ਜਾ ਰਹੀ ਹੈ ਕਿ ਉਹ ਇੱਕ ਰੂਸ ਦੇ ਲਈ ਵੱਡਾ ਝਟਕਾ ਹੈ। ਜਿਵੇਂ ਹੀ ਜਿਹੜੇ ਕੌਮਾਂਤਰੀ ਸਾਰੀਆਂ ਕਮਿਊਨਿਟੀਜ਼ ਨੇ ਉਹ ਇਕੱਠੀਆਂ ਹੋ ਗਈਆਂ ਨੇ ਤਾਂ ਅਜਿਹੇ ਦੇ ਵਿੱਚ ਰੂਸ ਦੇ ਉੱਤੇ ਹੋਰ ਜ਼ਿਆਦਾ ਦਬਾਅ ਵੱਧ ਗਿਆ ਹੈ। ਰੂਸ ਦੇ ਲਈ ਇੱਕ ਝਟਕਾ ਵੀ ਮੰਨਿਆ ਜਾ ਰਿਹਾ ਹੈ। ਪਹਿਲਾਂ ਡਿਪਲੋਮੈਟਸ ਜਿੰਨੇ ਹੈਗੇ ਨੇ ਉਹ ਵੀ ਆਪਣੇ ਤੌਰ ਦੇ ਉੱਤੇ ਜਿਹੜੀ ਹੈ ਇਸ ਰਣਨੀਤੀ ਸੰਬੰਧੀ ਗੱਲਬਾਤ ਕਰ ਚੁੱਕੇ ਨੇ ਤੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਸਾਰੀਆਂ ਕਮਿਊਨਿਟੀਜ਼ ਇਕੱਠੀਆਂ ਹੋ ਕੇ ਰੂਸ ਦੇ ਖਿਲਾਫ ਹੋ ਗਈਆਂ ਨੇ, ਰੂਸ ਦੇ ਮੋਹਰੇ ਲੜਾਈ ਖਤਮ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਰੂਸ ਦੇ ਉੱਤੇ ਇਸ ਗੱਲ ਦਾ ਜਿਹੜਾ ਦਬਾਅ ਪਾਇਆ ਜਾ ਰਿਹਾ ਕਿ ਉਹ ਜਲਦੀ ਆਪਣੀ ਲੜਾਈ ਜਿਹੜੀ ਉਹ ਬੰਦ ਕਰ ਦੇਵੇ। ਹੋਰ ਜਿਹੜੀਆਂ ਦੇਸ਼ਾਂ ਦੇ ਵਿੱਚ ਸ਼ਕਤੀਆਂ ਹੈਗੀਆਂ ਨੇ ਰੂਸ ਦੇ ਵੱਲੋਂ ਜਿੰਨੀਆਂ ਵੀ, ਉਹ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਰੂਸ ਦੀ ਆਰਥਿਕਤਾ ਜਿਹੜੀ ਹੈ ਉਸ ਨੂੰ ਕਮਜ਼ੋਰ ਕੀਤਾ ਜਾਵੇ ਤੇ ਉਸ ਨੂੰ ਲੈ ਕੇ ਰੂਸ ਇਸ ਦਬਾਅ ਹੇਠ ਆ ਜਾਵੇ ਕਿ ਉਹ ਇਸ ਲੜਾਈ ਨੂੰ ਬੰਦ ਕਰੇ ਤੇ ਜਿਹੜਾ ਯੂਕਰੇਨ ਦੇ ਵਿੱਚ ਹਿੰਸਾ ਫੈਲੀ ਹੋਈ ਹੈ, ਯੂਕਰੇਨੀਆਂ ਦੇ ਵਿੱਚ ਜਿਹੜਾ ਡਰ ਦਾ ਖੌਫ ਦਾ ਮਾਹੌਲ ਬਣਿਆ ਹੋਇਆ ਹੈ, ਉਹ ਕਿਤੇ ਨਾ ਕਿਤੇ ਠੀਕ ਹੋ ਸਕੇ, ਜਿਸ ਲਈ ਸਾਰੇ ਜੁਟ ਕੇ ਰੂਸ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇੱਕ ਰਿਪੋਰਟ ਤੇ ਨਜ਼ਰ ਮਾਰ ਲੈਂਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮੰਨਣਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਉਹਨਾਂ ਦੇ ਪ੍ਰਸ਼ਾਸਨ ਨੂੰ ਕੌਮਾਂਤਰੀ ਕਮਿਊਨਿਟੀਜ਼ ਦੇ ਵੱਲੋਂ ਚੁੱਕੇ ਗਏ ਸਖਤ ਕਦਮਾਂ ਕਾਰਨ ਵੱਡਾ ਝਟਕਾ ਲੱਗਾ ਹੈ। ਇਸ ਕਾਰਨ ਪੁਤਿਨ ਨੂੰ ਯੂਕਰੇਨ ਦੇ ਖਿਲਾਫ ਜਾਰੀ ਜੰਗ ਨੂੰ ਖਤਮ ਕਰਨ ਲਈ ਮਜਬੂਰ ਹੋਣਾ ਪਵੇਗਾ। ਬੁੱਧਵਾਰ ਨੂੰ ਪਾਰਲੀਮੈਂਟ ਹਿੱਲ ਦੇ ਉੱਤੇ ਲਿਬਰਲ ਕਾਕਸ ਦੀ ਮੀਟਿੰਗ ਉੱਤੇ ਜਾਂਦਿਆਂ ਟਰੂਡੋ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੁਤਿਨ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਕੌਮਾਂਤਰੀ ਭਾਈਚਾਰਾ ਇਕਜੁੱਟ ਹੈ ਤੇ ਉਹਨਾਂ ਦੇ ਖਿਲਾਫ ਕਾਰਵਾਈ ਲਈ ਦ੍ਰਿੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਤੇ ਯੂਕੇ ਵਰਗੇ ਦੇਸ਼ਾਂ ਤੋਂ ਪਾਬੰਦੀਆਂ ਦੀ ਉਮੀਦ ਤਾਂ ਪੁਤਿਨ ਨੂੰ ਹੋਵੇਗੀ ਹੀ, ਪਰ ਜਰਮਨੀ ਦੇ ਵੱਲੋਂ ਗੈਸ ਪਾਈਪਲਾਈਨ ਪ੍ਰੋਜੈਕਟ ਨਾਰਡ ਸਟ੍ਰੀਮ ਨੂੰ ਰੱਦ ਕਰਨਾ ਤੇ ਯੂਕਰੇਨ ਨੂੰ ਹਥਿਆਰ ਭੇਜਣ ਦੀ ਗੱਲ ਕਰਨਾ ਅਜਿਹੀਆਂ ਗੱਲਾਂ ਹਨ ਜਿਸ ਨਾਲ ਰੂਸੀ ਸਿਸਟਮ ਹਿੱਲ ਗਿਆ ਹੈ। ਟਰੂਡੋ ਨੇ ਆਖਿਆ ਕਿ ਅਸੀਂ ਸਿਰਫ ਯੂਕਰੇਨ ਦਾ ਸਾਥ ਹੀ ਨਹੀਂ ਦੇ ਰਹੇ, ਸਗੋਂ ਜਮਹੂਰੀਅਤ ਦੇ ਸਿਧਾਂਤਾਂ ਲਈ ਖੜੇ ਹਾਂ। ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੇ ਵੱਲੋਂ ਰੂਸ ਦੇ ਵੱਲੋਂ ਯੂਕਰੇਨ ਉੱਤੇ ਕੀਤੇ ਜਾ ਰਹੇ ਹਮਲਿਆਂ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ। ਇਸ ਕਦਮ ਦੀ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਦੇ ਵੱਲੋਂ ਵੀ ਸ਼ਲਾਘਾ ਕੀਤੀ ਗਈ। ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੇ ਵਿੱਚ 5 ਵੋਟਾਂ ਦੇ ਮੁਕਾਬਲੇ ਪਈਆਂ 144 ਵੋਟਾਂ ਦਾ ਜ਼ਿਕਰ ਕਰਦਿਆਂ ਜ਼ੈਲੈਂਸਕੀ ਨੇ ਆਖਿਆ ਕਿ ਪੂਰੀ ਦੁਨੀਆ ਸਾਡੇ ਨਾਲ ਹੈ। ਦੱਸਦੇ ਕਿ ਇਸ ਵੋਟਿੰਗ ਦੇ ਵਿੱਚ 34 ਦੇਸ਼ਾਂ ਦੇ ਵੱਲੋਂ ਹਿੱਸਾ ਹੀ ਨਹੀਂ ਲਿਆ ਗਿਆ। ਪੁਤਿਨ ਵੱਲੋਂ ਯੂਕਰੇਨ ਉੱਤੇ ਬੋਲੇ ਗਏ ਧਾਵੇ ਤੋਂ ਬਾਅਦ ਹੀ ਲਗਾਤਾਰ ਕੈਨੇਡੀਅਨ ਅਧਿਕਾਰੀਆਂ ਦੇ ਵੱਲੋਂ ਕਦੇ ਫੌਜੀ ਤੇ ਕਦੇ ਮਨੁੱਖਤਾਵਾਦੀ ਮਦਦ ਦਾ ਐਲਾਨ ਕੀਤਾ ਜਾਂਦਾ ਹੈ। ਕੈਨੇਡਾ ਵੱਲੋਂ ਰੂਸੀ ਬੈਂਕਾਂ ਤੇ ਅਹਿਮ ਹਸਤੀਆਂ ਦੇ ਖਿਲਾਫ ਵਿੱਤੀ ਮਾਪਦੰਡ ਵੀ ਅਪਣਾਏ ਗਏ ਨੇ। ਫੈਡਰਲ ਸਰਕਾਰ ਨੇ ਕੈਨੇਡੀਅਨ ਏਅਰ ਸਪੇਸ ਤੇ ਪਾਣੀ ਦੇ ਰਾਹ ਵੀ ਰੂਸੀ ਜਹਾਜ਼ਾਂ ਤੇ ਬੇੜਿਆਂ ਦੇ ਕੈਨੇਡਾ ਦਾਖਲ ਹੋਣ ਤੇ ਰੋਕ ਲਾ ਦਿੱਤੀ ਹੈ। ਇਹ ਸਾਰੇ ਕਦਮ ਹੋਰਨਾਂ ਭਾਈਵਾਲ ਮੁਲਕਾਂ ਨਾਲ ਤਾਲਮੇਲ ਕਰਕੇ ਹੀ ਕੈਨੇਡੀਅਨ ਸਰਕਾਰ ਵੱਲੋਂ ਚੁੱਕੇ ਗਏ ਨੇ। ਉਧਰ ਜਾਣਕਾਰੀ ਮਿਲ ਰਹੀ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫਰਾਂਸ ਦੇ ਰਾਸ਼ਟਰਪਤੀ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ। ਕਿਹਾ ਰੂਸ ਆਪਣੇ ਟੀਚੇ ਹਾਸਲ ਕਰਕੇ ਰਹੇਗਾ। ਫਿਲਹਾਲ ਰੂਸੀ ਤੇ ਬੈਲਾਰੂਸ ਦੇ ਖਿਡਾਰੀਆਂ ਦੇ ਉੱਪਰ ਸਰਦੀ ਤੇ ਪੈਰਾਲੰਪਿਕਸ ਦੇ ਵਿੱਚ ਹਿੱਸਾ ਲੈਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਰੂਸੀ ਪ੍ਰਦਰਸ਼ਨਕਾਰੀ ਇੱਕ ਵਾਰ ਫਿਰ ਤੋਂ ਸੇਂਟ ਪੀਟਰਸਬਰਗ ਦੀਆਂ ਸੜਕਾਂ ਦੇ ਉੱਤੇ ਉਤਰ ਆਏ ਨੇ। ਰੂਸ ਦੇ ਉੱਪਰ ਯੂਕਰੇਨੀ ਨਾਗਰਿਕਾਂ ਦੇ ਉੱਤੇ ਹਮਲਾ ਕਰਨ ਦੇ ਇਲਜ਼ਾਮ ਲੱਗੇ ਨੇ ਤੇ ਇਹ ਮੁੱਦਾ ਹੁਣ ਕੌਮਾਂਤਰੀ ਅਦਾਲਤ ਦੇ ਵਿੱਚ ਪਹੁੰਚ ਗਿਆ ਹੈ। ਨਿਊਜ਼ ਡੈਸਕ ਚੈਨਲ ਪੰਜਾਬੀ ਦੀ ਰਿਪੋਰਟ। ਇਸ ਗੱਲ ਦਾ ਪਹਿਲਾਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਕੀਮਤਾਂ ਜਿਹੜੀਆਂ ਹੈਗੀਆਂ ਨੇ ਉਹ ਵੱਧ ਸਕਦੀਆਂ ਨੇ। ਗੈਸ ਦੀਆਂ ਕੀਮਤਾਂ ਸੰਬੰਧੀ ਤਾਂ ਖਬਰਾਂ ਆ ਰਹੀਆਂ ਨੇ। ਵੈਨਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਦੇਖਿਆ। ਪੈਟਰੋਲ ਪੰਪਾਂ ਦੇ ਉੱਤੇ ਹਾਹਾਕਾਰ ਮਚੀ ਹੋਈ ਹੈ। ਵਿਨੀਪੈਗ ਦੇ ਮੁਕਾਬਲੇ 45 ਜਿਹੜਾ ਸੈਂਟ ਹੈਗਾ ਗੈਸ ਦੀ ਕੀਮਤ ਜਿਹੜੀ ਹੈ ਉਹ ਵੱਧ ਵਿਕ ਰਹੀ ਹੈ। ਅਜਿਹੇ ਦੇ ਵਿੱਚ ਇਹ ਗੱਲ ਪਹਿਲਾਂ ਤੋਂ ਕਹੀ ਜਾ ਰਹੀ ਸੀ ਕਿ ਗੈਸ ਦੀਆਂ ਕੀਮਤਾਂ ਦੇ ਵਿੱਚ ਉਛਾਲ ਆ ਸਕਦਾ ਹੈਗਾ ਤੇ ਇਹ ਗੱਲ ਵੀ ਕਿਤੇ ਨਾ ਕਿਤੇ ਦੇਖੀ ਜਾ ਰਹੀ ਸੀ ਕਿ ਲੋਕਾਂ ਦੇ ਉੱਤੇ ਜਿਹੜੀ ਵਾਧੂ ਬੋਝ ਹੈ ਉਹ ਪੈਣ ਦੇ ਅਸਾਰ ਨਜ਼ਰ ਆ ਰਹੇ ਨੇ। ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਉਹਨਾਂ ਵਿੱਚ ਵੀ ਉਛਾਲ ਜਿਹੜਾ ਦੇਖਿਆ ਜਾ ਰਿਹਾ ਤੇ ਕਾਰਬਨ ਜਿਹੜਾ ਤੇਲ ਹੈਗਾ ਇਹ ਕਿਹਾ ਜਾ ਰਿਹਾ ਵੀ ਕਾਰਬਨ ਤੇਲ ਦੇ ਵਿੱਚ ਕਾਰਬਨ ਟੈਕਸ ਦੇ ਜਿਹੜਾ ਕਾਰਨ ਹੈ ਇੱਥੇ ਵੀ ਕੀਮਤਾਂ ਦੇ ਵਿੱਚ ਉਛਾਲ ਦੇਖਿਆ ਜਾ ਸਕਦਾ ਹੈ। ਮੈਟਰੋ ਵੈਨਕੂਵਰ ਦੀ ਗੈਸ ਦੀਆਂ ਕੀਮਤਾਂ ਨਵੀਆਂ ਉਚਾਈਆਂ ਤੇ ਪਹੁੰਚ ਗਈਆਂ ਨੇ, ਜਿਸ ਨਾਲ ਵਾਹਨ ਚਾਲਕਾਂ ਨੇ ਵੀਰਵਾਰ ਸਵੇਰੇ $1.949 ਪ੍ਰਤੀ ਲੀਟਰ ਦੀ ਗਿਰਾਵਟ ਦੇਖੀ ਹੈ। ਜਦੋਂ ਕਿ ਯੂਕਰੇਨ ਤੇ ਰੂਸ ਦਾ ਹਮਲਾ ਕੱਚੇ ਤੇਲ ਦੀਆਂ ਕੀਮਤਾਂ ਨੂੰ ਵਧਾ ਰਿਹਾ ਹੈ, ਜੋ ਹਰ ਜਗ੍ਹਾ ਗੈਸ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇੱਥੇ ਪੱਛਮੀ ਤੱਟ ਤੇ ਸਾਡੇ ਕੋਲ ਪੰਪਾਂ ਦੀ ਕੀਮਤ ਵਿੱਚ ਕੋਈ ਹੋਰ ਕਾਰਨ ਵੀ ਦੀ ਭੂਮਿਕਾ ਨਿਭਾ ਰਹੇ ਨੇ।
ਰਿਕਿਊਰਿੰਗ ਰਿਫਾਈਨਿੰਗ ਸਪਲਾਈ ਤੇ ਮੰਗ ਦੇ ਮੁੱਦਿਆਂ ਨੂੰ ਦੱਖਣ ਪੱਛਮੀ BC ਵਿੱਚ ਲਗਾਤਾਰ ਉੱਚੀਆਂ ਕੀਮਤਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਪਰ ਮੈਟਰੋ ਵੈਨਕੂਵਰ ਵੀ ਗੈਸ ਟੈਕਸਾਂ ਦੇ ਵਿੱਚ ਵਧੇਰੇ ਭੁਗਤਾਨ ਕਰਦਾ ਹੈ। BC ਦੇ ਲਗਭਗ ਹਰ ਦੂਜੇ ਖੇਤਰ ਦੀ ਤੁਲਨਾ ਦੇ ਵਿੱਚ ਇਹ ਇੱਕ ਵਾਧੂ 18.5 ਸੈਂਟ ਪ੍ਰਤੀ ਲੀਟਰ ਹੈ, ਜੋ ਕਿ ਸਥਾਨਕ ਆਵਾਜਾਈ ਲਈ ਭੁਗਤਾਨ ਕਰਨ ਦੇ ਵਿੱਚ ਮਦਦ ਲਈ ਟਰਾਂਸਲਿੰਕ ਨੂੰ ਜਾਂਦਾ ਹੈ। ਵਿਕਟੋਰੀਆ ਵਿੱਚ ਇੱਕ ਸਮਾਨ ਆਵਾਜਾਈ ਟੈਕਸ ਹੈ, ਪਰ ਇਹ ਸਿਰਫ 5.5 ਸੈਂਟ ਪ੍ਰਤੀ ਲੀਟਰ ਹੈ। ਟਰਾਂਸਲਿੰਕ ਲੈਵੀ ਸਮੇਤ ਮੈਟਰੋ ਵੈਨਕੂਵਰ ਦੇ ਵਾਹਨ ਚਾਲਕ ਹਰ ਲੀਟਰ ਗੈਸ ਤੇ ਕੁੱਲ 37 ਸੈਂਟ ਟੈਕਸ ਅਦਾ ਕਰਦੇ ਨੇ। ਇਸ ਵਿੱਚੋਂ 10 ਸੈਂਟ ਪ੍ਰਤੀ ਲੀਟਰ ਕਾਰਬਨ ਟੈਕਸ ਹੈ, ਜੋ ਅਪ੍ਰੈਲ ਦੇ ਵਿੱਚ ਵੱਧ ਕੇ 11 ਸੈਂਟ ਹੋ ਜਾਏਗਾ। BC ਵਿੱਚ ਕੋਈ ਵੀ ਜੋ ਹਰ ਸਾਲ $44,000 842 ਤੋਂ ਵੱਧ ਕਮਾਉਂਦਾ ਹੈ, ਉਹ ਵੀ ਹੁਣ BC ਲਈ ਯੋਗ ਨਹੀਂ ਹੋਵੇਗਾ $197 ਦੀ ਕਾਰਬਨ ਟੈਕਸ ਛੋੜ ਦੇ ਨਾਲ। ਹਾਲਾਂਕਿ ਵੈਨਕੂਵਰ ਦੇ ਵਿੱਚ ਗੈਸ ਦੀਆਂ ਉੱਚ ਕੀਮਤਾਂ ਅਸਧਾਰਨ ਨਹੀਂ ਹਨ, ਪਰ ਮਹੱਤਵਪੂਰਨ ਛਾਲ ਬੇਮਿਸਾਲ ਹੈ। ਜਨਵਰੀ ਦੇ ਸ਼ੁਰੂ ਦੇ ਵਿੱਚ ਗੈਸ ਦੀ ਕੀਮਤ $1.66 ਪ੍ਰਤੀ ਲੀਟਰ ਸੀ, ਲਗਭਗ 30 ਸੈਂਟ ਤੋਂ ਘੱਟ। ਉਹਨਾਂ ਕਿਹਾ ਕਿ ਸਰਕਾਰ ਲਈ ਨਿੱਜੀ ਬਾਜ਼ਾਰ ਦੇ ਵਿੱਚ ਕਦਮ ਰੱਖਣਾ ਤੇ ਕੀਮਤਾਂ ਨਿਰਧਾਰਿਤ ਕਰਨਾ ਤੇ ਕੀਮਤ ਤੈਅ ਕਰਨਾ ਇੱਕ ਵੱਡਾ ਕਦਮ ਹੈ ਤੇ ਇਸ ਦੇ ਅਣਇੱਛਕ ਨਤੀਜੇ ਨੇ। ਤੁਸੀਂ ਨਹੀਂ ਜਾਣਦੇ ਕਿ ਜਦੋਂ ਤੁਸੀਂ ਅਜਿਹਾ ਕਰਦੇ ਹੋ ਤਾਂ ਕੀ ਹੋਣ ਵਾਲਾ ਹੈ। ਗੈਸ ਕੰਪਨੀਆਂ ਆਲੇ ਦੁਆਲੇ ਕੰਮ ਕਰਦੀਆਂ ਨੇ ਤੇ ਸਪਲਾਈ ਨੂੰ ਸੁਕਾ ਸਕਦੀਆਂ ਨੇ ਤੇ ਕੀਮਤਾਂ ਨੂੰ ਵੀ ਹੋਰ ਵਧਾ ਸਕਦੀਆਂ ਨੇ। ਇਸ ਲਈ ਇਹ ਅਸਲ ਦੇ ਵਿੱਚ ਅਜਿਹੀ ਚੀਜ਼ ਹੈ ਜਿਸ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ, ਪਰ ਮੈਂ ਇਸ ਵੇਲੇ ਇਸ ਬਾਰੇ ਵਿਚਾਰ ਨਹੀਂ ਕਰ ਸਕਦਾ। ਇੱਕ ਹੋਰ ਕਾਰਬਨ ਟੈਕਸ ਸਾਲ ਦੇ ਅੰਤ ਵਿੱਚ ਸੰਘੀ ਤੌਰ ਤੇ ਲਗਾਇਆ ਜਾਣਾ ਤੈਅ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਗੈਸੋਲੀਨ ਦੀ ਪ੍ਰਤੀ ਲੀਟਰ ਪੰਪ ਕੀਮਤ ਵਿੱਚ ਵਾਧੂ 16 ਸੈਂਟ ਲਿਆਏਗਾ। ਫੈਡਰਲ ਤੌਰ ਤੇ ਪੂਰੇ ਦੇਸ਼ ਦੇ ਵਿੱਚ ਤੇਲ ਤੇ 60 ਸੈਂਟ ਟੈਕਸ ਲਗਾਇਆ ਜਾਂਦਾ ਹੈ ਤੇ ਫਿਰ ਹੋਰ ਟੈਕਸਾਂ ਸਮੇਤ 1 ਲੀਟਰ ਦੀ ਪੂਰੀ ਕੀਮਤ GST ਲਾਗੂ ਹੁੰਦੀ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਉਧਰ GTA ਦੇ ਵਿੱਚ ਵੀ ਜਿਹੜਾ ਸ਼ੁੱਕਰਵਾਰ ਨੂੰ ਤੇਲ ਦੀਆਂ ਕੀਮਤਾਂ, ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਉਹਨਾਂ ਲੋਕਾਂ ਦੇ ਉੱਤੇ ਵੀ ਵਾਧੂ ਜਿਹੜਾ ਬੋਝ ਹੈ ਵਧਣ ਵਾਲਾ ਹੈਗਾ ਔਰ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਤੇਲ ਦੀਆਂ ਕੀਮਤਾਂ, ਗੈਸ ਦੀਆਂ ਕੀਮਤਾਂ ਦੇ ਵਿੱਚ ਉਛਾਲ ਆਉਣਾ ਪਹਿਲਾਂ ਤੋਂ ਹੀ ਤੈਅ ਕੀਤਾ ਗਿਆ ਸੀ। ਜਾਣਕਾਰੀ ਦੇ ਮੁਤਾਬਕ ਇਸ ਨਾਲ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਤੇਲ ਦੀਆਂ ਕੀਮਤਾਂ $1.749 ਪ੍ਰਤੀ ਲੀਟਰ ਤੱਕ ਵੱਧ ਸਕਦੀਆਂ ਨੇ। ਪੁਆਇੰਟ ਨੈਸ਼ਨਲ ਦੇ ਚੀਫ ਪੈਟਰੋਲੀਅਮ ਵਿਸ਼ਲੇਸ਼ਕ ਰੋਜਰ ਮੈਕਨਾਈਟ ਦੇ ਅਨੁਸਾਰ ਇਸ ਪਾਸੇ ਹਾਲ ਦੀ ਘੜੀ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਰੂਸ ਦੇ ਵੱਲੋਂ ਯੂਕਰੇਨ ਦੇ ਉੱਤੇ ਹਮਲਾ ਕਰਨ ਕਰਕੇ ਇਹਨਾਂ ਕੀਮਤਾਂ ਦੇ ਵਿੱਚ ਵਾਧਾ ਲਗਾਤਾਰ ਜਾਰੀ ਹੈ। ਇਸ ਸਥਿਤੀ ਨੂੰ ਵੇਖਦਿਆਂ ਹੋਇਆਂ ਬੁੱਧਵਾਰ ਨੂੰ NDP ਦੇ ਵੱਲੋਂ ontario ਦੇ ਵਿੱਚ ਗੈਸ ਦੀਆਂ ਕੀਮਤਾਂ ਨੂੰ ਨਿਰੰਤਰਿਤ ਕਰਨ ਦੇ ਲਈ ਬਿੱਲ ਵੀ ਪੇਸ਼ ਕੀਤਾ ਗਿਆ। ਇੱਕ ਰਿਲੀਜ਼ ਦੇ ਵਿੱਚ NDP ਨੇ ਆਖਿਆ ਹੈ ਕਿ ਫੇਅਰਨੈਸ ਇਨ ਪੈਟਰੋਲੀਅਮ ਪ੍ਰੋਡਕਟਸ ਪ੍ਰਾਈਸਿੰਗ ਐਕਟ ਦੇ ਤਹਿਤ ontario ਐਨਰਜੀ ਬੋਰਡ ਨੂੰ ਰਿਟੇਲ ਪ੍ਰਾਈਸ ਤੇ ਪੈਟਰੋਲੀਅਮ ਪ੍ਰੋਡਕਟਸ ਦੇ ਜਿਹੜੇ ਹੋਲਸੇਲ ਕਾਰੋਬਾਰ ਨੂੰ ਨਿਰੰਤਰਿਤ ਕਰਨ ਲਈ ਉਪਰਾਲੇ ਕਰਨੇ ਹੋਣਗੇ। NDP ਆਗੂ ਐਂਡਰੀਆ ਹਾਵਰਟ ਨੇ ਆਖਿਆ ਹੈ ਕਿ ਅਜਿਹੇ ਸਮੇਂ ਵਿੱਚ ਹਾਊਸਿੰਗ, ਚਾਈਲਡ ਕੇਅਰ, ਗਰੋਸਰੀਜ਼ ਤੇ ਹੋਰਨਾਂ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਨੇ। ਉਦੋਂ ਗੈਸ ਦੀਆਂ ਕੀਮਤਾਂ ਦੇ ਨਿੱਤ ਵਧਣ ਕਾਰਨ ਆਮ ਪਰਿਵਾਰਾਂ ਦੀਆਂ ਜੇਬਾਂ ਉੱਤੇ ਕਾਫੀ ਬੋਝ ਪੈ ਰਿਹਾ ਹੈ। ਉਹਨਾਂ ਇਹ ਵੀ ਆਖਿਆ ਹੈ ਕਿ ਇਸ ਸਮੱਸਿਆ ਨੂੰ ਠੱਲ ਪਾਉਣ ਦੇ ਲਈ ਡਗ ਫੋਰਡ ਦੇ ਕੋਲ 3 ਸਾਲਾਂ ਦਾ ਸਮਾਂ ਸੀ, ਪਰ ਲਿਬਰਲਾਂ ਵਾਂਗ ਹੀ ਉਹ ਵੀ ਤੇਲ ਤੇ ਗੈਸ ਇੰਡਸਟਰੀ ਦੇ ਆਪਣੇ ਦੋਸਤਾਂ ਦਾ ਸਾਥ ਦੇਣ ਦੇ ਉੱਤੇ ਤੁਲ ਗਏ ਨੇ ਤੇ ਇਸ ਦਾ ਖਾਮਿਆਜ਼ਾ ਆਮ ਆਦਮੀ ਨੂੰ ਹੀ ਭਰਨਾ ਪੈ ਰਿਹਾ ਹੈ। ਉਹਨਾਂ ਆਖਿਆ ਕਿ ਗੈਸ ਦੀਆਂ ਕੀਮਤਾਂ ਵਿੱਚ 10 ਸੈਂਟ ਪ੍ਰਤੀ ਲੀਟਰ ਦੀ ਕਟੌਤੀ ਕਰਨ ਦਾ ਫੋਰਡ ਵੱਲੋਂ 2018 ਦੀਆਂ ਚੋਣਾਂ ਵਿੱਚ ਵਾਅਦਾ ਕੀਤਾ ਗਿਆ ਸੀ, ਪਰ ਉਹਨਾਂ ਵੱਲੋਂ ਅਜੇ ਤੱਕ ਇਸ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ। ਜਿੱਥੇ ਫਿਲਹਾਲ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਵੀ ਖਬਰਾਂ ਦਾ ਸਿਲਸਿਲਾ ਜਾਰੀ ਹੈ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਤੇ ਦੇਖਦੇ ਹਾਂ ਅਹਿਮ ਮੁੱਦੇ ਦੇ ਉੱਤੇ ਆਧਾਰਿਤ ਸਾਡੇ ਸੀਨੀਅਰ ਪੱਤਰਕਾਰ ਦੀ ਗੱਲ ਅੱਜ ਦੀ। ਅੱਜ ਗੱਲ ਬ੍ਰਿਟਿਸ਼ ਕੋਲੰਬੀਆ ਦੇ ਫਸਟ ਨੇਸ਼ਨ ਦੇ ਇੱਕ ਵਿਅਕਤੀ ਨਾਲ ਹੋਏ ਡਿਸਕ੍ਰਿਮੀਨੇਸ਼ਨ ਬਾਰੇ। ਗੱਲ ਪਿਛਲੇ ਸਾਲ ਦੀ ਆ। 5 ਮਈ ਨੂੰ ਸਰੀ ਦੇ ਵਿੱਚ ਇੱਕ ਵਿਅਕਤੀ TD ਬੈਂਕ ਦੇ ਵਿੱਚ ਜਾਂਦਾ ਤੇ ਉੱਥੇ ਜਾ ਕੇ ਬੈਂਕ ਅਕਾਊਂਟ ਖੋਲ੍ਹਣ ਦੀ ਗੱਲਬਾਤ ਕਰਦਾ। ਇਸ ਵਿਅਕਤੀ ਦਾ ਨਾਮ ਸ਼ਰੀਫ ਮੁਹੰਮਦ ਭਾਮਜੀ। ਇਹਦੇ ਨਾਂ ਤੋਂ ਸ਼ਾਇਦ ਟੈਲਰ ਨੂੰ ਕੋਈ ਭੁਲੇਖਾ ਪੈ ਗਿਆ। ਉਹਨੇ ਬਾਰ-ਬਾਰ ਇਹਦੀ ਪੁੱਛ ਪੜਤਾਲ ਕੀਤੀ ਕਿ ਕੌਣ ਆ, ਕਿੱਥੋਂ ਆਇਆ, ਕੀ ਗੱਲਬਾਤ ਆ। ਦੱਸਦੇ ਆ ਕਿ ਉਹ ਵਿਅਕਤੀ ਨੇ ਅੱਜ ਹਿਊਮਨ ਰਾਈਟਸ ਕੰਪਲੇਂਟ ਫਾਈਲ ਕੀਤੀ ਆ ਆਪਣੇ ਨਾਲ ਹੋਏ ਇਸ ਵਿਤਕਰੇ ਸੰਬੰਧੀ। ਤੇ ਉਹ ਦੱਸਦਾ ਕਿ 5 ਮਈ ਨੂੰ ਜਦੋਂ ਉਹ ਪਿਛਲੇ ਸਾਲ TD ਬੈਂਕ ਦੀ ਇੱਕ ਬ੍ਰਾਂਚ ਦੇ ਵਿੱਚ ਸਰੀ ਦੇ ਵਿੱਚ ਜਾਂਦਾ ਤਾਂ ਟੈਲਰ ਨੇ ਉਹਨੂੰ ਬੈਂਕ ਅਕਾਊਂਟ ਖੋਲ੍ਹਣ ਨਹੀਂ ਦਿੱਤਾ ਤੇ ਰਿਫਿਊਜ਼ ਕਰ ਦਿੱਤਾ ਕਿ ਅਸੀਂ ਤੇਰਾ ਬੈਂਕ ਅਕਾਊਂਟ ਨਹੀਂ ਖੋਲ੍ਹਣਾ। ਉਹਦੇ ਮਿਕਸਡ ਹੈਰੀਟੇਜ ਕਰਕੇ ਇਹ ਹੋਇਆ, ਉਹਦੀ ਇਸ ਕੌਮ ਕਰਕੇ ਉਹਦੇ ਨਾਲ ਇਹ ਧੱਕਾ ਹੋਇਆ। ਉਹ ਕਹਿੰਦੇ ਮੇਰੇ ਕਈ ਉਹਨਾਂ ਨੇ ID ਕਾਰਡਸ ਦੇਖੇ, ਉਹਦੇ ਤੋਂ ਬਾਅਦ ਮੈਂ ਖੜਿਆ ਰਿਹਾ, ਫਿਰ ਮੈਂ ਉੱਥੇ ਉਡੀਕ ਕਰਦਾ ਰਿਹਾ ਤੇ ਆਖਰਕਾਰ ਜਿਹੜਾ ਕਿਸੇ ਕਾਰਨ ਕਰਕੇ ਜਿਹੜਾ ਕਿ ਨਹੀਂ ਦੱਸਿਆ ਗਿਆ, ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡਾ ਇਹ ਅਕਾਊਂਟ ਇੱਥੇ ਨਹੀਂ ਖੋਲ੍ਹ ਸਕਦੇ।
ਉਹ ਕਹਿੰਦਾ ਮੈਂ ਆਨਲਾਈਨ ਅਕਾਊਂਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ, ਆਨਲਾਈਨ ਤੋਂ ਬਾਅਦ ਮੈਂ ਬੈਂਕ ਦੇ ਵਿੱਚ ਚਲਿਆ ਗਿਆ ਤੇ ਇਹਦੇ ਨਾਲ ਮੇਰੇ ਨਾਲ ਜਿਹੜਾ ਇਹ ਵਿਤਕਰਾ ਮੇਰੇ ਨਾਂ ਕਰਕੇ, ਮੇਰੀ ਕੌਮ ਕਰਕੇ, ਮੇਰੀ ਰੇਸ ਕਰਕੇ ਹੋਇਆ, ਇਹਦਾ ਉਹਨੂੰ ਇਨਸਾਫ ਚਾਹੀਦਾ। ਇਹ ਵਿਅਕਤੀ ਜਿਹੜਾ ਕਿ ਹੋਲਿਸਟਿਕ ਫਸਟ ਨੇਸ਼ਨ ਦਾ ਮੈਂਬਰ ਆ, ਇਹਦੇ ਨਾਲ ਨਾਲ ਮੁਸਲਮਾਨ ਵੀ ਆ ਤੇ ਈਸਟ ਇੰਡੀਅਨ ਹੈਰੀਟੇਜ ਵੀ ਆ। ਹੁਣ ਇਹਦੇ ਕਰਕੇ ਸ਼ਾਇਦ ਉਹਦੇ ਨਾਲ ਇਹ ਵਿਤਕਰਾ ਕੀਤਾ ਗਿਆ। ਹਾਲਾਂਕਿ ਬਾਅਦ ਦੇ ਵਿੱਚ ਟੀਡੀ ਬੈਂਕ ਇਸ ਗੱਲ ਦੀ ਮੁਆਫੀ ਵੀ ਮੰਗ ਰਹੀ ਆ ਕਿ ਅਸੀਂ ਗਲਤ ਕੀਤਾ। ਉਹ ਕਹਿੰਦੇ ਮੇਰੇ ਕੋਲੋਂ ਕਈ ਆਈਡੈਂਟੀਫਿਕੇਸ਼ਨਸ ਪੁੱਛੀਆਂ ਗਈਆਂ ਕਿ ਇੱਕ ਆਈਡੀ, ਦੂਜੀ ਆਈਡੀ, ਫਿਰ ਅਗਲੀ ਆਈਡੀ ਉਹ ਦੱਸਿਆ ਜਾਣ। ਬਾਰ-ਬਾਰ ਉਹ ਕਹਿੰਦੇ ਜਦੋਂ ਟੈਲਰ ਦੇ ਉੱਤੇ ਉਹ ਔਰਤ ਖੜੀ ਸੀ, ਉਹ ਮੈਨੇਜਰ ਨਾਲ ਗੱਲ ਕਰਨ ਗਈ ਤੇ ਆਖਰਕਾਰ ਉਹਨੇ ਰਿਫਿਊਜ਼ਲ ਲੈਟਰ ਮੇਰੇ ਹੱਥ ਦੇ ਵਿੱਚ ਫੜਾ ਦਿੱਤੀ ਕਿ ਤੁਹਾਨੂੰ ਅਸੀਂ ਰਿਫਿਊਜ਼ ਕਰਦੇ ਹਾਂ। ਤੇ ਉਹ ਵਿਅਕਤੀ ਇਹ ਦੱਸ ਰਿਹਾ ਕਿ ਜਿੰਨਾ ਜ਼ਿਆਦਾ ਧੱਕਾ ਉਹਨੂੰ ਉਸ ਵੇਲੇ ਲੱਗਿਆ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਘਟਨਾ ਤੋਂ ਬਾਅਦ ਉਹ ਆਪਣੇ ਘਰ ਦੇ ਵਿੱਚ ਚਲੇ ਗਿਆ। 2-3 ਘੰਟੇ ਬਾਅਦ ਪੁਲਿਸ ਉਹਦੇ ਘਰ ਪਹੁੰਚ ਗਈ ਤੇ ਉਹਨੂੰ ਦੱਸਦੀ ਆ ਕਿ ਸਾਡੇ ਕੋਲੇ ਸ਼ਿਕਾਇਤ ਆਈ ਆ, ਬੈਂਕ ਨੇ ਸ਼ਿਕਾਇਤ ਕੀਤੀ ਆ ਕਿ ਤੇਰੇ ਕੋਲੇ ਫਾਲਸ ਆਈਡੀਜ਼ ਆ, ਤੂੰ ਗਲਤ ਆਈਡੀਜ਼ ਲੈ ਕੇ। ਜਦੋਂ ਉਹਦੀਆਂ ਆਈਡੀਜ਼ ਚੈੱਕ ਕੀਤੀਆਂ, ਸਾਰਾ ਕੁਝ ਦੇਖਿਆ ਗਿਆ ਤਾਂ ਉਹਦੇ ਬਾਅਦ ਪੁਲਿਸ ਚਲੇ ਗਈ। ਉਸ ਤੋਂ ਬਾਅਦ ਇਸ ਵਿਅਕਤੀ ਨੇ ਫੈਸਲਾ ਕੀਤਾ ਕਿ ਮੈਨੂੰ ਗੱਲਬਾਤ ਕਰਨੀ ਚਾਹੀਦੀ ਆ, ਮੈਨੂੰ ਹਿਊਮਨ ਰਾਈਟਸ ਦੇ ਉੱਤੇ ਕੰਪਲੇਂਟ ਫਾਈਲ ਕਰਨੀ ਚਾਹੀਦੀ ਆ ਤੇ ਉਹੀ ਉਸ ਵਿਅਕਤੀ ਨੇ ਕੀਤਾ। ਤਾਂ ਉਹ ਕਹਿੰਦਾ ਮੈਂ ਬਹੁਤੀ ਕੋਈ ਇੰਟਰਨਲ ਇਨਵੈਸਟੀਗੇਸ਼ਨ ਨਹੀਂ ਚਾਹੁੰਦਾ, ਮੈਂ ਘੱਟੋ ਘੱਟ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਦੇ ਸਮੇਂ ਵਿੱਚ ਵੀ ਇੱਥੇ ਫਸਟ ਨੇਸ਼ਨ ਦੇ ਲੋਕਾਂ ਨਾਲ ਜਾਂ ਉਹਨਾਂ ਦੇ ਨਾਂ ਕਰਕੇ ਜਾਂ ਉਹਨਾਂ ਦੇ ਕੌਮ ਕਰਕੇ ਉਹਨਾਂ ਨਾਲ ਵਿਤਕਰਾ ਕੈਨੇਡਾ ਦੇ ਵਿੱਚ ਅੱਜ ਦੇ ਸਮੇਂ ਵੀ ਹੋ ਰਿਹਾ। ਤੇ ਗਾਂਹ ਉਹ ਕਹਿੰਦੇ ਅਸੀਂ ਇਹ ਆਸ ਕਰਦੇ ਹਾਂ ਕਿ ਸਾਡੇ ਨਿਆਣਿਆਂ ਨਾਲ ਇਹ ਕੁਛ ਨਾ ਹੋਵੇ। ਹੁਣ ਇਹਦੇ ਤੋਂ ਬਾਅਦ ਜਿਹੜੀ ਸਟੇਟਮੈਂਟ ਉਹਨਾਂ ਦੀ ਆਈ ਆ ਕਿ ਉਹ ਕਹਿੰਦੇ ਟੀਡੀ ਬੈਂਕ ਦੀ ਕਿ ਅਸੀਂ ਇਹਦੇ ਤੇ ਦੁੱਖ ਪ੍ਰਗਟ ਕਰਦੇ ਹਾਂ ਕਿ ਉਹਨੂੰ ਇਹਦੇ ਨਾਲ ਜਿਹੜਾ ਧੱਕਾ ਲੱਗਿਆ ਇਸ ਤਰ੍ਹਾਂ ਦੇ ਬਿਹੇਵੀਅਰ ਦੇ ਨਾਲ, ਤੇ ਅਸੀਂ ਇਹਦੀ ਬਹੁਤ ਅੰਦਰੋਂ ਛਾਣਬੀਣ ਕਰ ਰਹੇ ਹਾਂ ਕਿ ਅਸਲ ਦੇ ਵਿੱਚ ਗੱਲਬਾਤ ਕੀ ਹੈ। ਅਸਲ ਦੇ ਵਿੱਚ ਸਿਸਟੈਮਿਕ ਰੇਸਿਜ਼ਮ ਇੰਨਾ ਜ਼ਿਆਦਾ ਹੋ ਚੁੱਕਿਆ ਕਿ ਇਹਦੀਆਂ ਜੜ੍ਹਾਂ ਇਸ ਸੁਸਾਇਟੀ ਦੇ ਵਿੱਚੋਂ ਪੱਟਣੀਆਂ ਇੰਨੀਆਂ ਸੌਖੀਆਂ ਨਹੀਂ ਲੱਗਦੀਆਂ। ਜਿਹੜਾ ਕੈਨੇਡੀਅਨ ਹਿਊਮਨ ਰਾਈਟਸ ਕਮਿਸ਼ਨ ਆ, ਉਹਦਾ ਪ੍ਰੋਸੈਸ ਆ ਜਿਹੜਾ, ਔਰ ਇਹਦੇ ਵਿੱਚ ਪਹਿਲੀ ਘਟਨਾ ਨਹੀਂ ਵਾਪਰੀ ਇਹਨਾਂ ਦੇ ਨਾਲ, ਇਹ ਦੂਜਾ ਮੈਂਬਰ ਆ ਹੋਲਿਸਟਿਕ ਫਸਟ ਨੇਸ਼ਨ ਦਾ, ਮਤਲਬ ਉਸੇ ਕਮਿਊਨਿਟੀ ਦਾ ਦੂਜਾ ਮੈਂਬਰ, ਔਰ ਕੈਨੇਡੀਅਨ ਬੈਂਕਾਂ ਦੇ ਨਾਲ ਹੀ ਇਹਨਾਂ ਦਾ ਵਾਹ ਪਿਆ ਤੇ ਜਿਨ੍ਹਾਂ ਨੇ ਇਹਨਾਂ ਨੂੰ ਰਿਫਿਊਜ਼ ਕੀਤਾ। 2019 ਦੇ ਵਿੱਚ 20 ਦਸੰਬਰ ਨੂੰ ਮੈਕਸਵੈਲ ਜੌਨਸਨ ਤੇ ਉਹਦੇ ਨਾਲ ਉਹਦੀ 12 ਸਾਲਾਂ ਦੀ ਗ੍ਰੈਂਡ ਡਾਟਰ ਸੀ, ਉਹਨਾਂ ਦੋਵਾਂ ਨੂੰ ਅਰੈਸਟ ਕਰ ਲਿਆ ਗਿਆ ਸੀ ਵੈਨਕੂਵਰ ਦੇ ਵਿੱਚ ਇੱਕ ਬੈਂਕ ਦੀ ਬ੍ਰਾਂਚ ਦੇ ਵਿੱਚ, ਜਦੋਂ ਉਹ ਬੈਂਕ ਅਕਾਊਂਟ ਖੋਲ੍ਹਣ ਦੇ ਲਈ ਉੱਥੇ ਆਇਆ ਸੀ। ਉਹਦੇ ਤੋਂ ਬਾਅਦ ਕੰਪਲੇਂਟ ਫਾਈਲ ਕੀਤੀ ਸੀ ਉਹਨੇ BC ਹਿਊਮਨ ਰਾਈਟਸ ਟ੍ਰਿਬਿਊਨਲ ਦੇ ਵਿੱਚ 2020 ਦੇ ਵਿੱਚ, ਤੇ ਸਿੱਧਾ ਉਹਨੇ ਇਲਜ਼ਾਮ ਲਾਇਆ ਸੀ ਕਿ ਮੇਰੇ ਨਾਲ ਰੇਸ ਬੇਸਡ ਡਿਸਕ੍ਰਿਮੀਨੇਸ਼ਨ ਕੀਤੀ ਗਈ ਹੈ, ਮੈਨੂੰ ਰੇਸ਼ੀਅਲੀ ਪ੍ਰੋਫਾਈਲ ਕੀਤਾ ਗਿਆ ਤੇ ਉਹਨੂੰ ਜਿਹੜੀਆਂ ਹੱਥਕੜੀਆਂ ਲਾਈਆਂ ਗਈਆਂ ਸੀ। ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਜ ਦੇ ਸਮੇਂ ਵਿੱਚ ਹੋਣੀਆਂ, ਉਹ ਵੀ ਕੈਨੇਡਾ ਵਰਗੇ ਮੁਲਕ ਵਿੱਚ, ਕਿ ਕਿਸੇ ਵਿਅਕਤੀ ਦੇ ਨਾਂ ਤੋਂ, ਉਹਦੀ ਕੌਮ ਤੋਂ ਉਹਨੂੰ ਸਰਵਿਸਿਜ਼ ਦੇਣ ਤੋਂ ਇਨਕਾਰ ਕਰ ਦੇਣਾ ਸੱਚਮੁੱਚ ਬਹੁਤ ਮੰਦਭਾਗੀਆਂ ਘਟਨਾਵਾਂ ਨੇ। ਇਹਨਾਂ ਦੀ ਨਿੰਦਾ ਹੋਣੀ ਚਾਹੀਦੀ ਆ। ਤੇ ਹੁਣ ਜਿਹੜਾ ਫੈਸਲਾ ਆ ਉਹ ਕੈਨੇਡੀਅਨ ਹਿਊਮਨ ਰਾਈਟਸ ਕਮਿਸ਼ਨ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਦੇ ਉੱਤੇ ਕਰੇਗਾ। ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਐਡਮਿੰਟਨ ਸ਼ਹਿਰ ਤੋਂ ਦੋ ਖਬਰਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਰਿਹਾ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਲਬਰਟਾ ਦੇ ਵਿੱਚ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਹੋਰਾਂ ਨੇ 1 ਮਾਰਚ ਤੋਂ ਜਿਹੜੇ ਕੋਵਿਡ-19 ਦੀਆਂ ਜਿਹੜੀਆਂ ਰੈਸਟ੍ਰਿਕਸ਼ਨਸ ਲੱਗੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਹਟਾ ਦਿੱਤਾ ਹੈ। ਮਤਲਬ ਇੱਕ ਫੇਜ਼ ਹਜੇ ਹੋਰ ਰਹਿੰਦਾ ਆ, ਉਹ ਵੀ ਉਹਨਾਂ ਨੇ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਹਟਾ ਦੇਣਾ। ਪਰ ਮੈਜੋਰਿਟੀ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਸੀਗੀ ਵੀ ਜਿਹੜੀਆਂ ਇਕੱਠ ਹੁੰਦੇ ਸੀ ਉਹਨਾਂ ਦੇ ਨੰਬਰ ਸੀਗੇ ਵੀ ਇੰਨੇ ਲੋਕ ਇਕੱਠੇ ਹੋ ਸਕਦੇ, ਉਹ ਸਾਰੀ ਗੱਲਬਾਤ ਉਹਨਾਂ ਨੇ ਹਟਾ ਦਿੱਤੀ। ਵੀ ਮਾਸਕ ਲਾਉਣ ਤੋਂ ਵੀ ਛੁੱਟੀ ਦੇ ਦਿੱਤੀ, ਡਿਸਟੈਂਸ ਬਣਾਏ ਰੱਖਣ ਤੋਂ ਵੀ ਛੁੱਟੀ ਦੇ ਦਿੱਤੀ ਸੀ। ਹਾਂ, ਜਿਹੜੇ ਪਬਲਿਕ ਟਰਾਂਜ਼ਿਟ ਵਗੈਰਾ ਨੇ ਉਹਨਾਂ ਦੇ ਉੱਤੇ ਮਾਸਕ ਪਾਏ ਰੱਖਣਾ ਹਜੇ ਵੀ ਜ਼ਰੂਰੀ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜੇ ਸਿਵਲ ਸਰਵੈਂਟਸ ਹੈਗੇ ਆ ਜੀ, ਪਬਲਿਕ ਸਰਵਿਸ ਕਹਿ ਲਓ, ਯੂਨੀਅਨ ਦੇ ਮੈਂਬਰ ਜਿਹੜੇ ਸਰਕਾਰ ਲਈ ਕੰਮ ਕਰਦੇ ਸੀ ਕਿ ਘਰਾਂ 'ਚੋਂ ਬੈਠੇ ਕਰਦੇ ਸੀ, ਉਹਨਾਂ ਸਾਰਿਆਂ ਨੂੰ ਉਹਨਾਂ ਨੇ ਕਿਹਾ ਵੀ ਭਾਈ ਹੁਣ ਤੁਹਾਡੇ 'ਤੇ ਇਹ ਕੋਵਿਡ-19 ਦੀਆਂ ਰੈਸਟ੍ਰਿਕਸ਼ਨਸ ਲਾਗੂ ਨਹੀਂ ਹਨ ਅਤੇ ਤੁਸੀਂ ਮੁੜ ਆਫਿਸ ਦੇ ਵਿੱਚ ਆ ਕੇ ਆਪਣਾ ਕੰਮਕਾਰ ਕਰਨਾ ਆਰੰਭ ਕਰੋ। ਅਨਲੈਸ ਭਈ ਤੁਹਾਡੇ ਕਿਸੇ ਕੰਮਕਾਰ ਦੇ ਵਿੱਚ ਪ੍ਰੋਡਕਟਿਵਿਟੀ ਦੇ ਵਿੱਚ ਫਰਕ ਨਹੀਂ ਪੈਂਦਾ ਤਾਂ ਉਹ ਲੋਕ ਘਰੋਂ ਕਰ ਸਕਦੇ, ਪਰ ਬਾਕੀਆਂ ਨੂੰ ਕਿਹਾ ਵੀ ਤੁਸੀਂ ਦਫ਼ਤਰ ਵਿੱਚ ਆ ਕੇ ਕੰਮ ਕਰੋ। ਪਰ ਅਲਬਰਟਾ ਦੇ ਜਿਹੜੀਆਂ ਕੋਰਟ ਕਚਹਿਰੀਆਂ ਜੀ, ਉਹਦੇ ਵਿੱਚ ਜੱਜਸ ਨੇ ਕੱਲ੍ਹ ਇੱਕ ਨੋਟਿਸ ਜਾਰੀ ਕੀਤਾ। ਉਹ ਕਹਿੰਦੇ ਵੀ ਭਾਵਾਂ ਸੂਬੇ ਦੇ ਵਿੱਚ ਇਹ ਗੱਲਬਾਤ ਕਹੀ ਗਈ ਆ,
ਪਰ ਉਹ ਕਹਿੰਦੇ ਵੀ ਕੋਰਟ ਕਚਹਿਰੀਆਂ ਦੇ ਵਿੱਚ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹ ਲੱਗੀਆਂ ਰਹਿਣਗੀਆਂ। ਉਹਦਾ ਕਾਰਨ ਉਹਨਾਂ ਨੇ ਦਿੱਤਾ ਕਿ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਨ ਪਰਸਨ ਕੋਰਟ ਕਚਹਿਰੀ ਆਉਣਾ ਪੈਂਦਾ, ਔਰ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਗਰੀਬ ਲੋਕ ਨੇ ਜਾਂ ਕੁਝ ਅਜਿਹੇ ਕਮਿਊਨਿਟੀਜ਼ ਦੇ ਵਿੱਚੋਂ ਆਉਂਦੇ ਨੇ ਲੋਕ ਜਿਹੜੇ ਇਸ ਤਰ੍ਹਾਂ ਮਤਲਬ ਉਹਨਾਂ ਸਸੈਪਟੇਬਲ ਹੁੰਦੇ ਆ ਕਿ ਬਿਮਾਰੀ ਹੋ ਸਕਦਾ ਉਹਨਾਂ ਨੂੰ ਹੋਵੇ। ਇਸ ਕਰਕੇ ਉਹ ਕਹਿੰਦੇ ਵੀ ਕੋਰਟ ਕਚਹਿਰੀ ਦੇ ਵਿੱਚ ਮਾਸਕ ਪਾਉਣਾ ਵੀ ਜ਼ਰੂਰੀ ਆ ਅਤੇ ਜਿਹੜਾ ਡਿਸਟੈਂਸ ਆ ਉਹ ਵੀ ਬਣਾਏ ਰੱਖਣਾ ਪਵੇਗਾ। ਸੋ ਇਹ ਕਹਿੰਦੇ ਫਰਦਰ ਨੋਟਿਸ ਤਾਈਂ ਜਿਹੜੀ ਗੱਲਬਾਤ ਆ ਉਹ ਇਸੇ ਤਰ੍ਹਾਂ ਹੀ ਉੱਥੇ ਰਹੇਗੀ। ਅਤੇ ਜਿਹੜਾ ਉਹਨੂੰ ਸਾਈਨ ਕੀਤਾ ਜੀ 3 ਜੱਜ ਨੇ, ਚੀਫ ਜਸਟਿਸ ਆਫ ਅਲਬਰਟਾ ਕੈਥਰੀਨ ਫਰੇਜ਼ਰ ਔਰ ਕੋਰਟ ਆਫ ਕੁਈਨਸ ਬੈਂਚ ਚੀਫ ਜਸਟਿਸ ਮੈਰੀ ਮੋਰੋ ਔਰ ਪ੍ਰੋਵਿੰਸ਼ੀਅਲ ਕੋਰਟ ਚੀਫ ਜੱਜ ਡੈਰਕ ਰੈਡਮੈਨ, ਇਹਨਾਂ ਨੇ ਸਾਰਿਆਂ ਨੇ ਇਹ ਸਾਈਨ ਕਰਕੇ ਜੀ ਜਿਹੜਾ ਉਹ ਨੋਟਿਸ ਭੇਜਿਆ। ਔਰ ਦੂਸਰੀ ਖਬਰ ਹੈਗੀ ਹੈ ਜੀ ਵੀ ਅਲਬਰਟਾ ਦੇ ਵਿੱਚ ਜਿਹੜੀ ਗੈਸੋਲੀਨ ਆ ਉਹ ਕਾਫੀ ਮਹਿੰਗੀ ਹੋ ਰਹੀ ਆ। ਹਾਲਾਂਕਿ ਸੂਬਾ ਗੈਸ ਪ੍ਰੋਡਿਊਸ ਕਰਦਾ, ਪਰ ਹੁਣ ਇੱਥੇ ਵੀ ਜਿਹੜੀ ਗੈਸ ਆ ਜੀ ਉਹ $1.53 ਦੇ ਨੇੜੇ ਪੰਪਾਂ ਦੇ ਉੱਤੇ ਮਿਲ ਰਹੀ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਹਿੰਦੇ ਇਹ ਹੁਣ ਫਾਸਟ ਐਂਡ ਫਿਊਰੀਅਸਲੀ ਵਧਣੀਆਂ ਇਹ ਕੀਮਤਾਂ ਘਟਣੀਆਂ ਨਹੀਂ ਗੀਆਂ, ਕਿਉਂਕਿ ਇੱਕ ਪਾਸੇ ਲੋਕਾਂ ਨੇ ਜਿਹੜੀ ਹੈ ਜੀ ਕਾਰਾਂ ਡਰਾਈਵ ਕਰਨੀਆਂ, ਡਿਮਾਂਡ ਵਧਣੀ ਆ, ਸਮਰ ਆਉਣੀ ਆ ਅਤੇ ਹੋਰ ਡਿਮਾਂਡ ਵੱਧ ਜਾਣੀ ਆ। ਔਰ ਦੂਸਰੇ ਪਾਸੇ ਜਿਹੜਾ ਰਸ਼ੀਆ ਦਾ ਅਤੇ ਯੂਕਰੇਨ ਦਾ ਝਗੜਾ ਚੱਲ ਰਿਹਾ ਇਸ ਵੇਲੇ, ਉਹਦਾ ਕਰਕੇ ਜਿਹੜੀ ਬਹੁਤ ਸਾਰੀ ਪ੍ਰੋਡਕਸ਼ਨ ਰਸ਼ੀਆ ਦੀ ਜਿਹੜੀ ਜੀ ਸੈਂਕਸ਼ਨਸ ਕਰਕੇ ਬੰਦ ਹੋ ਗਈ ਆ, ਉਸ ਕਰਕੇ ਜਿਹੜੇ ਤੇਲ ਦੇ ਭਾਅ ਵੱਧ ਰਹੇ ਨੇ। ਅਤੇ ਇੱਥੇ ਅਲਬਰਟਾ ਦੇ ਵਿੱਚ ਉਹ ਕਹਿੰਦੇ ਜੀ ਵੀ ਜਿਹੜੇ ਪ੍ਰੋਡਿਊਸਰ ਹੈਗੇ ਆ ਉਹ ਇੰਨਾ ਪੈਸਾ ਹੁਣ ਹਜੇ ਲਾਉਣਾ ਨਹੀਂ ਚਾਹੁੰਦੇ। ਉਹ ਕਹਿੰਦੇ ਜੀ ਵੀ ਥੋੜ੍ਹੇ ਚਿਰ ਤਾਈਂ ਇਹ ਜਿਹੜੇ ਭਾਅ ਹੈਗੇ ਥੋੜ੍ਹਿਆਂ ਮਹੀਨਿਆਂ ਤਾਈਂ ਉਹ ਫਿਰ $70-80 ਪਰ ਬੈਰਲ ਹੋ ਜਾਣੇ, ਜਿਹੜੇ ਅੱਜ $110 ਦੇ ਨੇੜੇ ਪਹੁੰਚਿਆ ਹੋਇਆ। ਸੋ ਉਹ ਇਸ ਕਰਕੇ ਨਹੀਂ ਜੀ ਪੈਸੇ ਲਾ ਰਹੇ, ਪਰ ਜਿਹੜਾ ਆਮ ਸਧਾਰਨ ਵਿਅਕਤੀ ਆ ਉਹਨੇ ਹੁਣ ਗੈਸ ਸਟੇਸ਼ਨ 'ਤੇ ਜਾਣਾ, ਕਾਰ ਭਰਾਉਣੀ ਆ ਅਤੇ ਉਹਦੇ ਬੋਝੇ ਵਿੱਚ ਚੰਗਾ ਡੰਗ ਲੱਗਣਾ ਜੀ, ਯਾਨੀ ਕਿ ਮਹਿੰਗੀ ਪੈ ਰਹੀ ਆ ਗੱਡੀ ਚਲਾਉਣੀ। ਔਰ ਇਸ ਵੇਲੇ ਜਿਹੜਾ ਭਾਅ ਤਕਰੀਬਨ ਉਹ 153 ਹੈ ਅਤੇ ਆਉਣ ਵਾਲੇ ਦਿਨਾਂ 'ਚ ਉਹ ਕਹਿੰਦੇ ਜੀ ਇਹ 175 ਤੱਕ ਵੀ ਜਾ ਸਕਦਾ ਹੈ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।